ਅੱਜ ਲਾਈਵ ਟੀਵੀ ਸ਼ੋਅ ਤੇ ਅਸੀਂ ਪਾਸਪੋਰਟ ਖੋਲ ਕੇ ਦਿਖਾਵਾਂਗੇ ਸਾਰਿਆਂ ਨੂੰ ਕਿ ਕਿੱਦਾਂ ਵੀਜ਼ਾਸ ਵੀ ਆ ਰਹੇ ਹੈ ਤੇ ਨਾਲ ਆ ਰਹੀ ਹੈ ਰਿਜੈਕਸ਼ਨਾਂ ਵੀ, ਬਟ ਵੀਜ਼ਾਸ ਜਿਹੜੇ ਆ ਰਹੇ ਉਹ ਲੋਕਾਂ ਨੂੰ ਦਿਖਾਣੇ ਬੜੇ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਤੇ ਸਵਾਗਤ ਹੈ ਤੁਹਾਡਾ ਅੱਜ ਸਾਡੇ ਸਪੈਸ਼ਲ ਸ਼ੋਅ ਫਲਾਈ ਵਿਦ ਸਕਾਈ ਦੇ ਵਿੱਚ। ਤਾਂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗਲੋਬਲ ਪ੍ਰੈਜ਼ੈਂਸ ਕੰਸਲਟਿੰਗ ਗਰੁੱਪ ਦੇ ਇਮੀਗ੍ਰੇਸ਼ਨ ਐਕਸਪਰਟ ਬਿਸਮਨ ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ। ਤਾਂ ਅੱਜ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਖੁਸ਼ਖਬਰੀ ਦੇ ਦੇਵਾਂ ਕਿ ਜਿੱਥੇ ਹਰ ਕੋਈ ਇਸ ਵੇਲੇ ਕੈਨੇਡਾ ਤੋਂ ਵੀਜ਼ਾ ਦੀ ਰਿਜੈਕਸ਼ਨ ਸਹਿ ਰਿਹਾ ਤੇ ਹਰ ਪਾਸੇ ਇਹੀ ਖਬਰਾਂ ਆ ਰਹੀਆਂ ਨੇ, ਤਾਂ ਉਸ ਸਭ ਦੇ ਵਿੱਚ ਅਸੀਂ ਤੁਹਾਨੂੰ ਖੁਸ਼ਖਬਰੀ ਦੇ ਰਹੇ ਹਾਂ ਕਿ ਵੀਜ਼ਾਸ ਜਿਹੜੇ ਨੇ ਅਸੀਂ ਕੈਨੇਡਾ ਤੋਂ ਅੱਜ ਹੀ ਰਿਸੀਵ ਕੀਤੇ ਨੇ ਤੇ ਉਹ ਵੀ ਲਾਈਵ ਅਸੀਂ ਤੁਹਾਡੇ ਅੱਗੇ ਖੋਲ ਕੇ ਦਿਖਾਵਾਂਗੇ ਤਾਂ ਜੋ ਤੁਹਾਨੂੰ ਵੀ ਕੋਈ ਡਾਊਟ ਨਾ ਰਹੇ। ਤੇ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ ਤੁਸੀਂ ਕਦੇ ਇਹ ਪਹਿਲਾਂ ਨਹੀਂ ਵੇਖਿਆ ਹੋਏਗਾ ਕਿ ਕੋਈ ਵੀ ਤੁਹਾਨੂੰ ਵੀਜ਼ਾਸ ਜੋ ਹੈ ਲਾਈਵ ਖੋਲ ਕੇ ਦਿਖਾਵੇ ਤਾਂ ਜੋ ਤੁਹਾਡਾ ਵੀ ਟਰਸਟ ਬਣਿਆ ਰਹੇ, ਜਿਵੇਂ ਤੁਸੀਂ ਸਾਡੇ ਤੇ ਅਕਸਰ ਟਰਸਟ ਕਰਦੇ ਰਹਿੰਦੇ ਹੋ। ਤਾਂ ਸਰ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਖੁਸ਼ਖਬਰੀ ਜ਼ਰੂਰ ਤੁਸੀਂ ਦੱਸੋ ਤੇ ਵੀਜ਼ਾਸ ਓਪਨ ਕਰਕੇ ਜ਼ਰੂਰ ਦਿਖਾਓ। ਬਹੁਤ ਧੰਨਵਾਦ ਜਸਪ੍ਰੀਤ ਜੀ। ਪਹਿਲਾਂ ਤਾਂ ਆਪਾਂ ਬਹੁਤ ਟਾਈਮ ਤੋਂ ਦੇਖ ਰਹੇ ਕਿ ਇੰਨੇ ਸਾਰੇ ਰਿਜੈਕਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਰਿਜੈਕਸ਼ਨਸ ਦੇ ਨਾਲ ਬੱਚੇ ਵੇਟ ਕਰ ਰਹੇ ਆ ਆਪਦੇ ਜਨਵਰੀ ਇਨਟੇਕ ਦੇ ਵੀਜ਼ਾਸ ਦੇ ਲਈ, ਜਿਹੜੇ ਪਹਿਲਾਂ ਤੋਂ ਹੀ ਡਿਲੇਡ ਚੱਲ ਰਹੇ ਆ। ਬੱਚੇ ਫਿਰ ਅੱਗੇ ਡਿਫਰ ਵੀ ਕਰਾ ਰਹੇ ਆ ਆਪਦੇ ਕੋਰਸ ਨੂੰ, ਆਪਦੀ ਐਜੂਕੇਸ਼ਨ ਨੂੰ। ਬਟ ਅੱਜ ਕਿਉਂਕਿ ਅੱਜ ਹੀ ਹੁਣੇ ਹੀ ਸਾਡੇ ਕੋਲੇ ਵੀਜ਼ਾਸ ਰਿਸੀਵ ਹੋਏ ਆ, VFS ਤੋਂ ਸਟੈਂਪਡ ਵੀਜ਼ਾਸ ਆਏ ਨੇ। ਉਹ ਅਸੀਂ ਸਲਾਹ ਕੀਤੀ ਕਿ ਅੱਜ ਔਨ 에ਅਰ ਹੀ ਖੋਲਾਂਗੇ ਲੋਕਾਂ ਸਾਹਮਣੇ, ਨਹੀਂ ਤਾਂ ਵੈਸੇ ਸੋਸ਼ਲ ਮੀਡੀਆ ਤੇ ਸਾਰੇ ਪਾਉਂਦੇ ਰਹਿੰਦੇ, ਆਪਾਂ ਵੀ ਪਾਉਂਦੇ ਹਾਂ। ਬਟ ਅੱਜ ਸਪੈਸ਼ਲੀ ਅਸੀਂ ਆਹ ਚੀਜ਼ ਤੁਹਾਡੇ ਸਾਹਮਣੇ ਇਸ ਕਰਕੇ ਕਰ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿੱਥੇ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦੇ ਨਾਲ ਵੀਜ਼ੇ ਵੀ ਬਹੁਤ ਆ ਰਹੇ ਹੈ। 5.5 ਬੈਂਡ ਤੇ ਬਿਲਕੁਲ ਔਖਾ ਹੈ, ਅੱਗੇ ਜਾ ਕੇ ਵੀ ਔਖਾ ਹੋਣਾ, ਹੋਰ ਔਖਾ ਹੋਊਗਾ। ਬਟ 6 each 6.5 7 ਬੈਂਡ ਤੇ 5.5 ਤੇ ਵੀ ਵੀਜ਼ੇ ਆ ਰਹੇ, ਬਟ ਉਹ ਘੱਟ ਆ ਰਹੇ ਹੈ। ਸੋ ਅੱਜ ਉਹੀ ਤੁਹਾਡੇ ਸਾਹਮਣੇ ਅਸੀਂ ਦਿਖਾਵਾਂਗੇ ਕਿ ਵੀਜ਼ਾ ਜਿਹੜੇ ਆਏ ਉਹ ਸਟੈਂਪ ਪ੍ਰੋਪਰ ਤੁਹਾਡੇ ਰੂਬਰੂ ਕਰਾਂਗੇ, ਤੁਹਾਨੂੰ ਪਤਾ ਲੱਗੇ ਤੇ ਨਾਲ ਤੁਹਾਡਾ ਆਪ ਦਾ ਕੌਨਫੀਡੈਂਸ ਬਿਲਡ ਅਪ ਹੋਵੇ। ਬਿਲਕੁਲ ਬਿਲਕੁਲ ਸਰ। ਆਹ ਜੀ ਇੱਕ ਸਟੈਂਪ, ਬਾਕੀ ਤਿੰਨੇ ਆਪਾਂ ਇਕੱਠੇ ਖੋਲਦੇ ਹਾਂ। ਆਹ ਜੀ ਪਰਮਨੈਂਟ ਰੈਜ਼ੀਡੈਂਸੀ ਜਿਹੜੀ ਸਾਨੂੰ ਸਾਡੇ ਐਪਲੀਕੈਂਟ ਨੂੰ ਮਿਲੀ ਹੈ ਜੀ, ਉਹਦਾ। ਆਹ ਦੂਜਾ ਜੀ, ਤੇ ਆਹ ਜਿਹੜਾ ਸਟੂਡੈਂਟ ਵੀਜ਼ਾ ਰਿਸੀਵ ਕੀਤਾ ਹੈ ਜੀ। ਸੋ ਆਹ ਜਿਹੜੇ ਪਾਸਪੋਰਟ ਹੈ ਅੱਜ ਹੀ ਸਾਨੂੰ ਰਿਸੀਵ ਹੋਏ ਹੈ ਤੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਉਣ ਦਾ ਮਕਸਦ ਇਹੀ ਹੈ ਜੀ ਕਿ ਆਹ ਜਿੰਨੇ ਵੀਜ਼ੇ ਜਿੱਥੇ ਰਿਜੈਕਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਸਾਡੇ ਕੋਲੇ ਵੀਜ਼ੇ ਵੀ ਰੈਗੂਲਰ ਆ ਰਹੇ। ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਸਿਰਫ ਲੋੜ ਹੈ ਇੱਕ ਅੱਛੇ ਕੰਸਲਟੈਂਟ ਦੀ ਚੋਣ ਕਰਨੀ, ਜਿਹੜਾ ਸਭ ਨੂੰ ਹਰ ਵਾਰੀ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਜਦੋਂ ਵੀ ਤੁਸੀਂ ਭਾਲ ਕਰਦੇ ਹੋ ਇੱਕ ਕੰਸਲਟੈਂਟ ਦੀ, ਉਹਦੇ ਰਿਜ਼ਲਟਸ ਦੇ ਬੇਸਿਸ ਤੇ ਹੀ ਚੋਣ ਕਰਨੀ ਚਾਹੀਦੀ ਹੈ। ਤੇ ਜੇ ਰਿਜ਼ਲਟ ਵਧੀਆ ਹੋਣਗੇ ਤਾਂ ਹੀ ਤੁਹਾਡੀ ਮਦਦ ਵੀ ਕਰ ਸਕਦੇ ਹਾਂ ਜੀ। ਜੀ ਬਿਲਕੁਲ। ਤਾਂ ਤੁਹਾਨੂੰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਵੀਜ਼ਾਸ ਵੀ ਆ ਰਹੇ ਨੇ, ਤੁਸੀਂ ਲਾਈਵ ਦੇਖ ਹੀ ਚੁੱਕੇ ਹੋ। ਤੇ ਇਸੇ ਕਰਕੇ ਆਪਾਂ ਇਹ ਸ਼ੋਅ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਡੇ ਜਿਹੜੇ ਡਾਊਟਸ ਨੇ ਉਹ ਸਾਰੇ ਟਾਈਮ ਟੂ ਟਾਈਮ ਜਿਹੜੇ ਨੇ ਕਲੀਅਰ ਹੁੰਦੇ ਰਹਿਣ ਤੇ ਤੁਸੀਂ ਨਿਰਾਸ਼ ਨਾ ਹੋ ਤੇ ਆਪਣਾ ਵਧੀਆ ਕੰਸਲਟੈਂਟ ਲੱਭ ਕੇ ਉਹਦੇ ਕੋਲ ਜਾਓ ਤੇ ਆਪਣਾ ਜਿਹੜਾ ਅਪਲਾਈ ਤੁਸੀਂ ਕਰ ਸਕਦੇ ਹੋ। ਤਾਂ ਸਰ ਇਹ ਤਾਂ ਵੀਜ਼ਾਸ ਦੀ ਗੱਲ ਹੋ ਗਈ ਜੋ ਕੈਨੇਡਾ ਤੋਂ ਆਏ ਨੇ, ਤੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ, ਹਜੇ ਕਰੋਨਾ ਮਤਲਬ ਠੀਕ ਹੋਇਆ ਹੀ ਸੀਗਾ ਕਿ ਉਸ ਤੋਂ ਬਾਅਦ ਓਮਿਕਰੋਨ ਆ ਗਿਆ, ਉਹਦੇ ਕਰਕੇ ਕਾਫੀ ਜ਼ਿਆਦਾ ਇਫੈਕਟ ਜਿਹੜਾ ਪੈ ਰਿਹਾ। ਬਿਲਕੁਲ ਜਸਪ੍ਰੀਤ ਜੀ, ਪੈ ਰਿਹਾ ਕਿ ਰੋਜ਼ ਆਪਾਂ ਨਿਊਜ਼ ਸੁਣਦੇ ਹਾਂ। ਹੁਣ ਤਾਂ ਅੱਜ ਕੱਲ੍ਹ ਨਿਊਜ਼ ਪਹਿਲਾਂ ਵਿੱਚ ਬੰਦ ਵੀ ਕਰਤੀ ਸੀ, ਹੁਣ ਇੱਦਾਂ ਸੁਣਨੀ ਪੈਂਦੀ 2-3 ਘੰਟਿਆਂ ਬਾਅਦ ਕਿ ਹੁਣ ਕੀ ਨਵਾਂ ਪਟਾਕਾ ਪਿਆ ਜੀ। ਸੋ ਜਿਵੇਂ ਓਮਿਕਰੋਨ ਦੇ ਕੇਸਿਸ ਆਸਟ੍ਰੇਲੀਆ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, UK ਦੇ ਵਿੱਚ ਵੀ ਬਹੁਤ ਆ ਰਹੇ ਹੈ ਤੇ ਹੌਲੀ ਡਰ ਦੁਆਰਾ ਲੋਕਾਂ ਦੇ ਦਿਲਾਂ 'ਚ ਆ ਗਿਆ ਕਿ ਹਾਂ ਫਿਰ ਤੋਂ ਰਿਸਟ੍ਰਿਕਸ਼ਨਸ ਲੱਗ ਸਕਦੀਆਂ। ਬਟ ਆਹ ਜਿਹੜੀ ਚੀਜ਼ ਹੈ ਉਹ ਕਿਸੇ ਦੇ ਹੱਥ ਨਹੀਂ ਹੈਗੀ। ਸੋ ਇਸ ਟਾਈਮ ਤੇ ਜਿਵੇਂ ਦੇ ਪ੍ਰੋਸੈਸ ਚੱਲ ਰਹੇ ਹੈ, ਹਾਂ ਡਿਲੇਡ ਥੋੜ੍ਹਾ ਜਿਹਾ ਪ੍ਰੋਸੈਸ ਹੈਗਾ, ਬਟ ਮੈਨੂੰ ਲੱਗਦਾ ਕਿ ਪਹਿਲਾਂ ਨਾਲੋਂ ਜਦੋਂ ਆਪਾਂ ਕੋਵਿਡ ਦੇ ਐਕਸਟ੍ਰੀਮ ਟਾਈਮ 'ਤੇ ਵੀ ਆਪਾਂ ਦੇਖ ਲਿਆ ਕਿ ਜਮਾਂ ਹੀ ਲੋਕਡਾਊਨ ਤੋਂ ਬਾਅਦ ਜਮਾਂ ਹੀ ਚੀਜ਼ਾਂ ਬੰਦ ਹੋ ਗਈਆਂ,
ਹੁਣ ਜਦੋਂ ਸ਼ੁਰੂ ਹੋ ਗਈ ਹੈ, ਸ਼ੁਰੂਆਤ ਹੋਈ ਹੈ ਤੇ ਸ਼ੁਰੂਆਤ ਤੋਂ ਵਧੀਆ ਹੀ ਹੈਗੀ ਹੈ। ਜੇ ਆਪਾਂ ਗੱਲ ਕਰੀਏ ਆਹ 15 ਜਾਂ 16 ਤਰੀਕ ਤੋਂ ਪਹਿਲੀ ਜਿਹੜੀ ਫਲਾਈਟ ਹੈ ਆਸਟ੍ਰੇਲੀਆ ਦੀ ਗਈ ਹੈ, ਉਹਦੇ 'ਚ ਸਟੂਡੈਂਟ ਵੀਜ਼ਾਜ਼, ਜਿਨ੍ਹਾਂ ਦੇ ਸਟੂਡੈਂਟ ਵੀਜ਼ਾ ਆਏ ਹੋਏ ਹੈ, ਜਿਨ੍ਹਾਂ ਦਾ 485 ਪੋਸਟ ਸਟੱਡੀ ਵਰਕ ਪਰਮਿਟ ਹੈ, ਜਿਨ੍ਹਾਂ ਦਾ ਸਕਿਲਡ ਮਾਈਗ੍ਰੇਸ਼ਨ ਵਿੱਚ 489 ਵੀਜ਼ਾ ਹੈ, 491, ਉਹਨਾਂ ਦੇ ਸਾਰਿਆਂ ਨੂੰ ਉਹਨਾਂ ਨੇ ਟਰੈਵਲ ਅਲਾਉ ਕਰਤਾ ਹੈ। ਨਾਲ ਹੀ ਕੈਨੇਡਾ ਦੀ ਫਲਾਈਟਸ ਚੱਲ ਰਹੀਆਂ, ਨਾਲ ਹੀ ਯੂਕੇ ਦੀ ਫਲਾਈਟਸ ਚੱਲ ਰਹੀਆਂ। ਸੋ ਕੰਮ ਚੱਲ ਰਿਹਾ ਹੈ, ਫਲਾਈਟਾਂ ਵੀ ਜਾ ਰਹੀਆਂ, ਲੋਕ ਪਹੁੰਚ ਵੀ ਰਹੇ ਹੈ, ਆਪਦੀ ਪੜ੍ਹਾਈ ਲਈ ਪਹੁੰਚ ਰਹੇ ਹੈ, ਉੱਥੇ ਪੜ੍ਹ ਰਹੇ ਹੈ, ਆਨਲਾਈਨ ਕਲਾਸਿਸ ਵੀ ਅਟੈਂਡ ਕਰ ਰਹੇ। ਸੋ ਆਉਣ ਵਾਲਾ ਟਾਈਮ ਮੈਨੂੰ ਲੱਗਦਾ ਹੈ ਹੋਰ 3-4 ਮਹੀਨੇ ਦੇ ਵਿੱਚ ਸਭ ਚੀਜ਼ਾਂ ਵਧੀਆ ਇੱਕਦਮ ਨੋਰਮਲ ਪੇਸ ਤੇ ਤੁਰਨ ਲੱਗ ਪੈਣਗੀਆਂ। ਬਟ ਯੈਸ, ਥੋੜਾ ਓਮਿਕਰੋਨ ਕਰਕੇ ਇੱਕ ਦਿਮਾਗ 'ਚ ਡਾਊਟ ਬਿਲਕੁਲ ਹੈਗਾ, ਬਟ ਮੈਨੂੰ ਲੱਗਦਾ ਕਿ ਜੇ ਪਰਹੇਜ਼ ਰੱਖਾਂਗੇ, ਗਵਰਨਮੈਂਟ ਦੀ ਗਾਈਡਲਾਈਨਸ ਦਾ ਧਿਆਨ ਰੱਖਾਂਗੇ, ਤੇ ਮੈਨੂੰ ਲੱਗਦਾ ਉਹ ਵੀ ਚੀਜ਼ ਠੀਕ ਹੁੰਦੇ ਜਾ ਟਾਈਮ ਨਹੀਂ ਲੱਗੂਗਾ ਜੀ। ਜੀ ਬਿਲਕੁਲ। ਤਾਂ ਬਿਸਮਨ ਜੀ, ਇਸ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ ਤੇ ਸਭ ਨੂੰ ਡਾਊਟ ਨਹੀਂ, ਇਹਦਾ ਕਲੀਅਰ ਹੀ ਹੈ ਕਿ ਟਿਕਟਸ ਬਹੁਤ ਜ਼ਿਆਦਾ ਐਕਸਪੈਂਸਿਵ ਹੋ ਗਈਆਂ ਨੇ। ਬਿਲਕੁਲ ਜੀ, ਬਿਲਕੁਲ। ਅੱਜ ਹੀ ਮੈਂ ਇੱਕ ਆਰਟੀਕਲ ਪੜ੍ਹਿਆ, ਅੱਜ ਹੀ ਲੁਧਿਆਣੇ ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਹੈ, ਉਹਨਾਂ ਨੇ ਕਿਸੇ ਦੇ ਅਗੇਂਸਟ ਕੰਪਲੇਂਟ ਫਾਈਲ ਕੀਤੀ ਹੈ ਕਿ ਘੱਟੋ ਘੱਟ 2 ਜਾਂ 3 ਕਰੋੜ ਦਾ ਘੁਟਾਲਾ ਜਿਹੜਾ ਕੀਤਾ ਹੈ, ਤੇ ਉਹ ਘੁਟਾਲਾ ਹੈ ਹੀ ਸਿਰਫ ਟਿਕਟਿੰਗ ਦੇ ਬੇਸਿਸ ਤੇ। ਸੋ ਟਿਕਟਸ ਜਿੱਥੇ ਮੈਂ ਪਹਿਲਾਂ ਵੀ ਸ਼ੋਅ 'ਚ ਬੋਲਿਆ ਕਿ ਜਿੱਥੇ ਰਿਫੰਡੇਬਲ ਟਿਕਟਸ ਮਿਲਦੀਆਂ ਤੇ ਟਰੈਵਲ ਏਜੰਟ ਅੱਗੇ ਦੱਸਦੇ ਆ, ਜਿਹੜੇ ਟਿਕਟਿੰਗ ਕਰਦੇ ਉਹ ਦੱਸਦੇ ਆ ਕਿ ਨਹੀਂ ਜੀ ਇਹ ਤਾਂ ਨਾਨ ਰਿਫੰਡੇਬਲ ਟਿਕਟਸ ਹੈ। ਤੇ ਜੇ ਫਲਾਈਟ ਕੈਂਸਲ, ਮੈਂ ਕਹਿੰਦਾ ਫਲਾਈਟ 에ਅਰਲਾਈਨ ਵੱਲੋਂ ਹੀ ਕੈਂਸਲ ਹੋ ਜਾਂਦੀ ਹੈ, ਤੇ ਉਹ ਕਹਿੰਦੇ ਕਿ ਤੁਹਾਡੇ ਜੀ ਟਿਕਟ ਕੈਂਸਲ ਹੋ ਗਈ ਹੈ ਜੀ, ਖਤਮ ਹੋ ਗਈ ਹੈ, ਤੇ ਤੁਸੀਂ ਨਵੀਂ ਬੁੱਕ ਕਰਾਓ। ਇੱਦਾਂ ਨਹੀਂ ਹੁੰਦਾ। ਇੱਦਾਂ ਦੇ ਦੇਖੋ ਰੇਟਸ ਦਾ ਵੀ ਚੱਕਰ ਹੈ, ਮਾਂ ਪਿਓ ਦਾ ਇੱਕ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਹੈ, ਉਹਨੂੰ ਇਸ ਤਰੀਕੇ ਨਾਲ ਲੁੱਟਣਾ, ਇਹ ਲੁੱਟਖੋਰ ਕਰਨੀ ਮੈਨੂੰ ਨਹੀਂ ਲੱਗਦਾ ਵਧੀਆ। ਬਟ ਜੇ ਅਸੀਂ ਆਪਣੇ ਆਪ ਦੇ ਐਪਲੀਕੈਂਟਸ ਨੂੰ, ਉਹਨਾਂ ਦੇ ਮਾਪਿਆਂ ਨੂੰ ਐਜੂਕੇਟ ਕਰਾਂਗੇ, ਐਜੂਕੇਟਡ ਰੱਖਾਂਗੇ ਕਿ ਹਾਂ ਤੁਸੀਂ ਜੇ ਕੋਈ ਟਿਕਟ ਲੈਣੀ ਡਾਇਰੈਕਟ 에ਅਰਲਾਈਨ ਨਾਲ ਇੰਟਰੈਕਟ ਕਰੋ, ਉੱਥੋਂ ਤੁਹਾਨੂੰ ਜਿਹੜੀ ਹੈ ਐਕਚੁਅਲ ਪੋਜੀਸ਼ਨ ਉੱਥੋਂ ਪਤਾ ਲੱਗੂਗੀ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਟਰੈਵਲ ਏਜੰਟ ਸਾਰੇ ਝੂਠ ਬੋਲਦੇ ਨਹੀਂ, ਬਟ ਫਰਾਡ ਵੀ ਸਾਡੇ ਸਾਹਮਣੇ। ਹੁਣ ਜਦ ਕੋਵਿਡ ਇੱਕਦਮ ਠੀਕ ਹੋਣਾ ਸ਼ੁਰੂ ਹੋਇਆ, ਫਲਾਈਟਾਂ ਤੁਰਨੀਆਂ ਸ਼ੁਰੂ ਹੋਈਆਂ, ਉਦੋਂ ਹੀ ਇਹ ਫਰਾਡ ਸਾਹਮਣੇ ਆ ਰਹੇ, ਜੋ ਕਿ ਇੱਕ ਮਾੜੀ ਗੱਲ ਹੈ ਜਸਪ੍ਰੀਤ ਜੀ। ਬਟ ਅਗੇਨ ਉਹੀ ਹੈ, ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਜਿੰਨਾ ਤੁਸੀਂ ਜਾਗਰੂਕ ਕਰ ਸਕਦੇ ਹੋ ਐਪਲੀਕੈਂਟਸ ਨੂੰ, ਉਹਨਾਂ ਦੇ ਮਾਪਿਆਂ ਨੂੰ, ਉਹ ਕਰਨਾ ਜ਼ਰੂਰੀ ਹੈ। ਜੇ ਉਹ ਕਰਾਂਗੇ ਤਾਂ ਹੀ ਠੀਕ ਰਹੂਗਾ ਜੀ। ਕਿਉਂਕਿ ਅਜਿਹੀ ਸਿਚੁਏਸ਼ਨ ਦੇ ਵਿੱਚ ਥੋੜਾ ਜਿਹਾ ਟਰਸਟ ਕਰਨਾ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਅਸੀਂ ਵੀ ਜੇਕਰ ਸੋਚੀਏ ਕਿ ਬਾਹਰ ਦੇ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਮਾਈਂਡ ਦੇ ਵਿੱਚ ਇੱਕ ਹੀ ਡਾਊਟ ਆਉਂਦਾ ਹੈ ਕਿ ਆਪਾਂ ਕਿਸੇ ਕੋਲ ਜਾਵਾਂਗੇ, ਵੀਜ਼ੇ ਲਈ ਜਾਵਾਂਗੇ, ਇਮੀਗ੍ਰੇਸ਼ਨ ਆਫਿਸ ਜਾਵਾਂਗੇ, ਤਾਂ ਕੀ ਆਪਾਂ ਉਹਦੇ ਤੇ ਟਰਸਟ ਕਿਵੇਂ ਕਰੀਏ? ਸੀ ਟਰਸਟ ਵਾਲੀ ਗੱਲ ਉਹੀ ਆਪਾਂ ਪਹਿਲਾਂ ਵੀ ਕਰਦੇ ਆਏ ਹਾਂ। ਮੈਂ ਹੁਣ ਵੀ ਇਹੀ ਕਹਿਣਾ ਕਿ ਜਦੋਂ ਤੱਕ ਤੁਸੀਂ ਆਪ ਚੀਜ਼ਾਂ ਦੇ ਵਿੱਚ ਨਹੀਂ ਵੜੋਗੇ, ਆਪ ਚੀਜ਼ਾਂ ਪ੍ਰੋਸੈਸ 'ਚ ਨਹੀਂ ਵੜੋਗੇ, ਆਪ ਚੀਜ਼ਾਂ ਨੂੰ ਨਹੀਂ ਦੇਖੋਗੇ, ਸਮਝੋਗੇ, ਤਦ ਤੱਕ ਟਰਸਟ ਫੈਕਟਰ ਤੁਹਾਨੂੰ ਆਪ ਨੂੰ ਨਹੀਂ ਮਿਲਣਾ। ਦੂਜਾ, ਜੇ ਟਰਸਟ ਫੈਕਟਰ ਆਪਾਂ ਵੀਜ਼ਾਸ ਦੀ ਗੱਲ ਕਰੀਏ, ਯੈਸ, ਮੈਂ ਨਹੀਂ ਕਹਿੰਦਾ ਕਿ ਸਾਡੇ ਵੀ 100% ਰਿਜ਼ਲਟ ਆਉਂਦੇ ਹੈ, ਬਿਲਕੁਲ ਰਿਜੈਕਸ਼ਨ ਸਾਰਿਆਂ ਦੀ ਆਉਂਦੀ। ਕੋਈ ਵੀ ਕੰਸਲਟੈਂਟ ਜੇ ਇੰਨੀ ਕੁ ਗੱਲ ਕਹਿ ਦਿੰਦਾ ਕਿ ਸਾਡਾ ਤਾਂ 100% ਰਿਜ਼ਲਟ ਹੈ, ਬਿਲਕੁਲ ਆਪਣੇ ਵੱਲੋਂ ਕੋਸ਼ਿਸ਼ ਹਰ ਇੱਕ ਇਨਸਾਨ ਕਰਦਾ 100% ਰਿਜ਼ਲਟ ਲਿਆਉਣ ਦੀ। ਬਟ ਵੀਜ਼ਾਸ ਜੇ ਆਉਂਦੇ ਹੈ, ਵੀਜ਼ਾ ਦੇ ਵਿੱਚ ਰਿਜੈਕਸ਼ਨ ਵੀ ਮਿਲਦੀ ਹੈ। ਉਹ ਰਿਜੈਕਸ਼ਨ ਨਾਲ ਕਿਵੇਂ ਲੜਨਾ ਹੈ, ਉਹ ਰਿਜੈਕਸ਼ਨ ਰੀਜ਼ਨ ਨੂੰ ਕਿੱਦਾਂ ਸੋਲਵ ਕਰਕੇ ਇਮੀਗ੍ਰੇਸ਼ਨ ਆਫਸਰ ਨੂੰ ਤੁਸੀਂ ਕਿੱਦਾਂ ਉਹਨੂੰ ਮੋਟੀਵੇਟ ਕਰਨਾ ਹੈ, ਜਾਂ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਸਮਝਾਉਣਾ ਹੈ ਕਿ ਆਹ ਜਿਹੜੀ ਤੁਸੀਂ ਇੱਕ ਰੀਜ਼ਨ ਸਾਡੇ ਸਾਹਮਣੇ ਲਿਆ ਕੇ ਰੱਖਤਾ ਹੈ ਕਿ ਰੀਜ਼ਨ ਕਰਕੇ ਰਿਜੈਕਸ਼ਨ ਦੇਤੀ ਹੈ, ਉਸ ਰੀਜ਼ਨ ਨੂੰ ਕਿਵੇਂ ਸੋਲਵ ਕਰਨਾ ਹੈ। ਸੋ ਜੇ ਰਿਜੈਕਸ਼ਨ ਰੀਜ਼ਨਸ ਦੇ ਉੱਤੇ ਕੰਮ ਕੀਤਾ ਜਾਊਗਾ ਤੇ ਰਿਜੈਕਟਡ ਐਪਲੀਕੇਸ਼ਨਸ ਦੇ ਉੱਤੇ ਵੀ ਵੀਜ਼ਾ ਲਿਆ ਜਾ ਸਕਦਾ ਹੈ। ਹੁਣ ਵੀ ਰੀਸੈਂਟਲੀ ਜਿਨ੍ਹਾਂ ਦੇ ਕੁਝ ਬੱਚਿਆਂ ਦੇ ਰਿਜੈਕਟ ਹੋਏ ਹੈ, ਅਸੀਂ ਉਹਨਾਂ ਦੀ ਐਪਲੀਕੇਸ਼ਨ ਰੀਲਾਂਚ ਕੀਤੀ ਹੈ। ਜੋ ਵੀ ਰੀਜ਼ਨ ਦਿੱਤਾ ਅਫਸਰ ਨੇ, ਉਹਦਾ ਜਵਾਬ ਤਿਆਰ ਕਰਕੇ ਉਹਦੇ ਬੇਸਿਸ ਤੇ ਵੀਜ਼ਾ ਉਹਨਾਂ ਦੇ ਵੀ ਆਏ ਹੈ, ਉਹਨਾਂ ਦੇ ਵੀ ਆ ਰਹੇ ਹੈ। ਸੋ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਜਿਨ੍ਹਾਂ ਦੀ ਰਿਜੈਕਸ਼ਨ ਵੀ ਹੋ ਰਹੀ ਹੈ। ਜੇ ਰਿਜੈਕਸ਼ਨ ਹੋ ਰਹੀ ਹੈ ਤੇ ਉਹਦੇ ਨਾਲ ਲੜਨ ਦੀ ਲੋੜ ਹੈ। ਤੇ ਜੇ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਭਾਲ ਰੱਖਦੇ ਹੋ ਤੇ ਉਹਦੇ ਰਿਜ਼ਲਟਸ ਨੂੰ ਦੇਖ ਕੇ ਹੀ ਆਪ ਦਾ ਡਿਸੀਜਨ ਬਣਾਓ ਕਿ ਕਿਹੜੇ ਕੰਸਲਟੈਂਟ ਦੀ ਸਰਵਿਸਿਜ਼ ਨੂੰ ਹਾਇਰ ਕਰਨਾ ਚਾਹੀਦਾ। ਤੇ ਬਿਸਮਨ ਜੀ, ਇਸ ਵੇਲੇ ਰਿਜੈਕਸ਼ਨ ਦੀ ਸਭ ਤੋਂ ਜਿਹੜਾ ਵੱਡਾ ਕਾਰਨ ਆਪਾਂ ਕੀ ਕਹਿ ਸਕਦੇ ਹਾਂ? ਸੀ ਮੈਡਮ, ਆਲਮੋਸਟ ਤੁਸੀਂ ਲਾ ਲਓ, ਜੇ ਆਨਲਾਈਨ ਵੀ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜੇ ਤੁਸੀਂ ਐਮਬੈਸੀ ਦੀ ਵੈਬਸਾਈਟ 'ਤੇ ਜਾਂ ਟਵਿੱਟਰ 'ਤੇ ਜਾਂ ਫੇਸਬੁੱਕ 'ਤੇ ਚੈੱਕ ਕਰਦੇ ਹੋ, ਹਰ ਥਾਂ 'ਤੇ ਸੁਣਨ ਨੂੰ ਮਿਲਦਾ ਹੈ ਕਿ ਇੰਨੀ ਫਾਈਲਾਂ ਪੈਂਡਿੰਗ ਹੈ। ਆਲਮੋਸਟ 4-5 ਲੱਖ ਫਾਈਲਾਂ ਐਮਬੈਸੀ ਦੇ ਵਿੱਚ ਸਟੂਡੈਂਟ ਵੀਜ਼ਾ ਦੀ ਪੈਂਡਿੰਗ ਹੈ। ਬਿਲਕੁਲ, ਜਿੱਥੇ ਆਲਮੋਸਟ ਸਾਲ 1.5 ਸਾਲ ਬੰਦ ਰਿਹਾ ਹੈ ਅਤੇ ਰਸ਼ ਤਾਂ ਇੱਕਦਮ ਪੈਣਾ ਹੀ ਹੈ। ਬਟ ਜਿਹੜਾ ਵੀਜ਼ਾ ਜੇ ਪਿਛਲੇ 6-7 ਸਾਲ ਦਾ ਮੈਂ ਟ੍ਰੈਂਡ ਦੇਖਾਂ, ਜਾਂ ਤੁਸੀਂ ਵੀ ਆਪ ਜੇ ਚੈੱਕ ਕਰੋਗੇ, ਤੇ ਉਹ ਟ੍ਰੈਂਡ ਕਹਿੰਦਾ ਹੈ ਕਿ 2 ਲੱਖ ਤੋਂ ਉੱਤੇ ਸਟੂਡੈਂਟ ਵੀਜ਼ਾ ਇੰਡੀਅਨ ਸਟੂਡੈਂਟਸ ਨੂੰ ਨਹੀਂ ਗ੍ਰਾਂਟ ਕੀਤਾ ਕੈਨੇਡੀਅਨ ਗਵਰਨਮੈਂਟ ਨੇ।
ਇਸ ਟਾਈਮ ਤੇ ਆਲਮੋਸਟ 4.5 ਲੱਖ ਐਪਲੀਕੇਸ਼ਨਸ ਪੈਂਡਿੰਗ ਨੇ। ਉਹ ਜੇ ਆਲਮੋਸਟ ਡਬਲ ਕਾਊਂਟ ਜਿੰਨਾ ਉਹ ਗ੍ਰਾਂਟ ਕਰਦੇ ਹੈ, ਉਹ ਉਸ ਤੋਂ ਡਬਲ ਜਿਹੜਾ ਇੱਕ ਫਿਗਰ ਹੈ ਉਹ ਐਮਬੈਸੀ ਦੇ ਵਿੱਚ ਪੈਂਡਿੰਗ ਪਿਆ। ਸੋ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਓਬਵੀਅਸਲੀ ਰਿਜੈਕਸ਼ਨ ਦਾ ਰੀਜ਼ਨ ਐਨ ਨੰਬਰ ਆਫ ਰੀਜ਼ਨਸ ਹੋਣਗੇ ਕਿ ਤੁਹਾਡੀ ਕੋਰਸ ਸਿਲੈਕਸ਼ਨ ਗਲਤ ਹੈ, ਤੁਹਾਡੀ ਇੰਡੀਅਨ ਸਟੱਡੀ ਜਿਹੜੀ ਤੁਸੀਂ ਕੀਤੀ ਉਹ ਮੈਚ ਨਹੀਂ ਕਰਦੀ ਜਿਹੜਾ ਤੁਸੀਂ ਕੋਰਸ ਸਿਲੈਕਟ ਕੀਤਾ, ਤੁਹਾਡੇ ਆਇਲਸ ਦੇ ਬੈਂਡ ਘੱਟ ਹੈ, ਜਾਂ ਉਹਨਾਂ ਨੂੰ ਲੱਗਦਾ ਤੁਹਾਡਾ ਟਰੈਵਲ ਕਰਨ ਦਾ ਰੀਜ਼ਨ ਠੀਕ ਨਹੀਂ ਹੈ। ਸੋ ਕਿਸੇ ਵੀ ਤਰੀਕੇ ਦਾ ਰੀਜ਼ਨ ਦੇ ਕੇ ਰਿਜੈਕਸ਼ਨ ਆ ਸਕਦੀ ਹੈ, ਜੋ ਕਿ ਇਸ ਟਾਈਮ ਅਸੀਂ ਸਾਰੇ ਫੇਸ ਕਰ ਰਹੇ ਹਾਂ। ਸੋ ਇਸ ਟਾਈਮ ਤੇ ਜਿਹੜੀ ਵੀ ਰਿਜੈਕਸ਼ਨ ਸਾਡੇ ਕੋਲੇ ਆਉਂਦੀ ਹੈ, ਭਾਵੇਂ ਉਹ ਇੱਕ 6.5 ਬੈਂਡ ਵਾਲਾ ਬੱਚਾ ਹੈ, 7 ਬੈਂਡ ਵਾਲਾ ਬੱਚਾ ਜਾਂ 5.5 ਵਾਲਾ ਬੱਚਾ ਹੈ, ਇਹੋ ਜਿਹੇ ਸਾਰੇ ਕੇਸਿਸ ਦੇ ਵਿੱਚ ਵੀਜ਼ਾਸ ਵੀ ਆ ਰਹੇ, ਰਿਜੈਕਸ਼ਨਾਂ ਵੀ ਆ ਰਹੀਆਂ। ਸੋ ਲੋੜ ਹੈ ਇਸ ਟਾਈਮ ਤੇ ਫੋਕਸ ਕਰਨ ਦੀ ਰਿਜੈਕਸ਼ਨਸ ਦੇ ਰੀਜ਼ਨ ਤੇ ਉੱਤੇ, ਤੇ ਜੇ ਫੋਕਸ ਰੱਖਾਂਗੇ ਤੇ ਮੈਨੂੰ ਲੱਗਦਾ ਕਿ ਉਸੇ ਹਿਸਾਬ ਨਾਲ ਅੱਗੇ ਪਰਸਿਊ ਕਰ ਸਕਦੇ ਜਿਹੜਾ ਆਉਣ ਵਾਲਾ ਮਈ ਜਾਂ ਫਿਰ ਸਪਟੈਂਬਰ ਇਨਟੇਕ ਹੈ। ਤੇ ਰਿਜੈਕਸ਼ਨ ਦਾ ਕਈ ਵਾਰ ਇਹ ਹੁੰਦਾ ਕਿ ਇੱਕ ਵਾਰ ਵੀ ਆ ਜਾਂਦੀ ਹੈ, 2 ਵਾਰ ਵੀ ਆ ਜਾਂਦੀ ਹੈ। ਬਿਲਕੁਲ ਆਉਂਦੀ ਹੈ ਜੀ। ਤਾਂ ਫਿਰ ਉਸ ਤੋਂ ਬਾਅਦ ਆਪਾਂ ਕਿਵੇਂ ਅਪਲਾਈ ਕਰ ਸਕਦੇ ਹਾਂ? ਇਹਦੇ ਕੋਈ ਲਿਮਿਟਸ ਹੈਗੀਆਂ ਨੇ ਕਿ ਇੰਨੇ ਰਿਜੈਕਸ਼ਨ ਤੋਂ ਬਾਅਦ ਨਹੀਂ ਆਪਾਂ ਕਰ ਸਕਦੇ? ਜਿਹੜੀ ਚਿੱਠੀ ਤੁਹਾਨੂੰ ਰਿਜੈਕਸ਼ਨ ਦੀ ਆਉਂਦੀ ਹੈ ਉਹਦੇ ਉੱਤੇ ਜਸਪ੍ਰੀਤ ਜੀ ਲਿਖਿਆ ਹੁੰਦਾ ਹੈ ਕਿ ਰਿਜੈਕਸ਼ਨ ਇਹ ਜਿਹੜਾ ਡਿਸੀਜਨ ਬਣ ਗਿਆ ਫਾਈਨਲ ਡਿਸੀਜਨ ਹੈ। ਹੁਣ ਇਹਦੇ ਬੇਸਿਸ ਤੇ ਜੇ ਤੁਸੀਂ ਇੱਕ ਨਵੀਂ ਐਪਲੀਕੇਸ਼ਨ ਨੂੰ ਸਬਮਿਟ ਕਰਨਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ। ਸੋ ਤੁਸੀਂ ਜਿੰਨੀ ਮਰਜ਼ੀ ਵਾਰ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਰਿਜੈਕਸ਼ਨ ਦਾ ਮਤਲਬ ਆ ਨਹੀਂ ਹੈ ਕਿ ਤੁਹਾਡੇ ਰਸਤੇ ਬੰਦ ਹੋ ਗਏ ਹੈ। ਰਿਜੈਕਸ਼ਨ ਦਾ ਮਤਲਬ ਹੈ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਡਾਊਟ ਹੈ, ਕੋਈ ਚੀਜ਼ ਜਿਹੜੀ ਤੁਸੀਂ ਨਹੀਂ ਉਹਨਾਂ ਦੇ ਪ੍ਰੀ ਰਿਕੁਇਜ਼ਿਟ ਜਿਹੜੇ ਰਿਕੁਆਇਰਮੈਂਟਸ ਹੁੰਦੀ ਉਹਨੂੰ ਨਹੀਂ ਪੂਰਾ ਕਰ ਰਹੇ, ਤੇ ਉਹਨੂੰ ਪੂਰਾ ਕਰਨ ਦੀ ਲੋੜ ਹੈ। ਉਹ ਚੀਜ਼ ਨੂੰ ਇੱਕ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਦੀ ਲੋੜ ਹੈ। ਤੇ ਇਸ ਵੇਲੇ ਜੇ ਸਟੂਡੈਂਟਸ ਦੀ ਗੱਲ ਕਰੀਏ, ਕੈਨੇਡਾ ਲਗਾ ਲਈਏ ਜਾਂ ਫਿਰ ਆਸਟ੍ਰੇਲੀਆ, ਕਿਹੜੇ ਇਨਟੇਕ ਦੇ ਵਿੱਚ ਜੋ ਹੈ ਸਟੂਡੈਂਟਸ ਇਸ ਵੇਲੇ ਅਪਲਾਈ ਕਰ ਸਕਦੇ ਹਨ? ਸੀ ਕੈਨੇਡਾ ਦੀ ਮੈਂ ਜੇ ਗੱਲ ਕਰਾਂ ਮੈਮ, ਜਨਵਰੀ ਇਨਟੇਕ ਦੀ ਆਪਾਂ ਵੀਜ਼ਾਸ ਦੀ ਉਡੀਕ ਕਰ ਰਹੇ ਹਾਂ ਇਸ ਟਾਈਮ ਤੇ। ਮੇਨ ਇਨਟੇਕ ਦੇ ਆਲਰੇਡੀ ਐਪਲੀਕੇਸ਼ਨਸ ਪਾਣੀਆਂ ਸ਼ੁਰੂ ਕਰਤੀ, ਮੈਨੂੰ ਲੱਗਦਾ ਹੋਰ 5-7 ਦਿਨਾਂ ਦੇ ਬਾਅਦ ਮੇਨ ਇਨਟੇਕ ਦੇ ਜਮਾਂ ਹੀ ਜਿਹਨੂੰ ਕਹਿੰਦੇ ਕਿ ਹਾਂ ਐਡਮਿਸ਼ਨਸ ਬੰਦ ਹੋ ਜਾਣੀ ਹੈ। ਸਪਟੈਂਬਰ ਇਨਟੇਕ ਤੇ ਆਲਰੇਡੀ ਆਪਾਂ ਕੰਮ ਸ਼ੁਰੂ ਕਰਤਾ, ਤਾਂ ਮੈਨੂੰ ਲੱਗਦਾ ਕਿ ਮਈ ਤੇ ਸਪਟੈਂਬਰ ਤੇ ਇਸ ਟਾਈਮ ਤੇ ਫੋਕਸ ਹੈ। ਤੇ ਸਪਟੈਂਬਰ ਇਨਟੇਕ ਵੀ ਹੋਰ ਮੈਨੂੰ ਲੱਗਦਾ 2 ਕੁ ਮਹੀਨੇ ਤੱਕ ਹੋਰ ਚੱਲੂਗਾ। ਉਸ ਤੋਂ ਬਾਅਦ ਜੋ ਰਸ਼ ਜਿਸ ਕਿਸਮ ਦਾ ਚੱਲ ਰਿਹਾ ਮੈਨੂੰ ਲੱਗਦਾ ਕਿ ਉਹ ਵੀ ਛੇਤੀ ਭਰ ਜਾਊਗਾ। ਜੇ ਗੱਲ ਕਰੀਏ ਆਸਟ੍ਰੇਲੀਆ ਦੀ, ਤਾਂ ਆਸਟ੍ਰੇਲੀਆ ਫੈਬ ਇਨਟੇਕ ਤੇ ਇਸ ਟਾਈਮ ਤੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ। ਜ਼ੋਰਾਂ ਸ਼ੋਰਾਂ ਨਾਲ ਐਪਲੀਕੇਸ਼ਨਸ ਲਾ ਕੇ ਅਸੀਂ ਉਹਨਾਂ ਦੇ ਆਫਰ ਲੈਟਰ ਲੈ ਰਹੇ ਹਾਂ। ਤੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਸਪ੍ਰੀਤ ਜੀ, ਆਸਟ੍ਰੇਲੀਆ ਵਿੱਚ ਜਦੋਂ ਆਪਾਂ ਅਪਲਾਈ ਕਰ ਰਹੇ ਹਾਂ ਤੇ ਇਸ ਟਾਈਮ ਤੇ ਸਾਡਾ ਫੋਕਸ ਹੈ ਜਿਹੜੇ ਬੱਚਿਆਂ ਦੇ ਰੀਸੈਂਟ ਪੜ੍ਹਾਈ ਹੋਈ ਹੈ 2020-21 ਪਾਸ ਆਊਟ ਹੈਗੇ ਹੈ, ਉਹਨਾਂ ਨੂੰ ਜੇ ਉਹਨਾਂ ਦੇ 70% ਤੋਂ ਉੱਤੇ ਨੰਬਰ ਹੈਗੇ ਆ, 70 ਵੀ ਹੈਗੇ ਆ ਤੇ 6 ਈਚ ਹੈ, ਤੇ ਉਹਨਾਂ ਨੂੰ ਸਕਾਲਰਸ਼ਿਪ ਦਾ ਵੀ ਵਾਅਦਾ ਸਾਡੇ ਵੱਲੋਂ ਕੀਤਾ ਜਾ ਰਿਹਾ। ਸਕਾਲਰਸ਼ਿਪ ਵੀ ਲੈ ਕੇ ਦੇਵਾਂਗੇ, ਉਹ ਵੀ ਰਿਟਨ ਦੇ ਵਿੱਚ। ਇਹ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਲਾਈਵ ਕਹਿ ਰਿਹਾ ਇਸ ਟਾਈਮ ਤੇ, ਉਹ ਚੀਜ਼ ਤੁਸੀਂ ਆਪ ਵੀ ਨੋਟ ਕਰ ਸਕਦੇ ਹੋ। ਜੇ 70% ਤੋਂ ਉੱਤੇ ਆਪ ਦਾ ਤੁਹਾਡਾ ਪਰਸੈਂਟੇਜ ਹੈਗਾ, 12ਵੀਂ ਕੀਤੀ ਹੈ ਜਾਂ ਬੈਚਲਰ ਕੀਤੀ ਹੈ, ਤੁਹਾਨੂੰ ਸਕਾਲਰਸ਼ਿਪ ਦਿਵਾਏਗਾ ਗਲੋਬਲ ਪ੍ਰੈਜ਼ੈਂਸ ਗਰੁੱਪ 100%। ਤੇ ਜੇਕਰ ਗੱਲ ਕਰੀਏ ਆਪਾਂ ਵੀ ਕਿਹੜੀ ਯੂਨੀਵਰਸਿਟੀ ਜਾਂ ਫਿਰ ਕਾਲਜ ਕੀ ਜ਼ਿਆਦਾ ਪ੍ਰੈਫਰ ਕਰਨਾ ਚਾਹੀਦਾ? ਮੈਮ ਜੇ ਤਾਂ ਬੈਚਲਰ ਡਿਗਰੀ ਕਰਨੀ, ਮੇਰੇ ਹਿਸਾਬ ਨਾਲ ਤਾਂ ਅਸੈਸਮੈਂਟ ਲੈਵਲ 1 ਯੂਨੀਵਰਸਿਟੀਜ਼ ਦੇ ਵਿੱਚ ਹੀ ਮੇਰਾ ਆਪ ਦਾ ਫੋਕਸ ਹੈ, ਜਿਸ 'ਤੇ ਮੈਂ ਫੋਕਸ ਕਰਾਂ, ਜਿੱਥੇ ਮੈਨੂੰ ਪਤਾ ਹੈ ਬੱਚੇ ਦਾ ਫਿਊਚਰ ਬਣੂਗਾ। ਤੇ ਇੱਕ ਬੱਚਾ ਜੇ ਇੱਕ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਆਪ ਦੀ ਪੜ੍ਹਾਈ ਪੂਰੀ ਕਰਦਾ ਹੈ, ਤੇ ਕੱਲ੍ਹ ਨੂੰ ਜੇ ਉਹਨਾਂ ਨੇ ਪਰਸਿਊ ਆਪ ਦਾ ਫਿਊਚਰ ਉੱਥੇ ਕਰਨਾ ਹੈ ਪਰਮਨੈਂਟ ਰੈਜ਼ੀਡੈਂਸੀ ਲੈ ਕੇ, ਤੇ ਉਹ ਇੱਕ ਚੰਗੀ ਯੂਨੀਵਰਸਿਟੀ 'ਚ ਪੜ੍ਹ ਕੇ ਹੀ ਕਰ ਸਕਦੇ ਹੈ। ਤਾਂ ਸਾਡਾ ਜਿਹੜਾ ਫੋਕਸ ਹੈ ਐਜ਼ ਅ ਗਰੁੱਪ, ਅਸੀਂ ਫੋਕਸ ਸਿਰਫ ਤੇ ਸਿਰਫ ਇਸ ਟਾਈਮ ਤੇ ਕਰ ਰਹੇ ਹਾਂ ਯੂਨੀਵਰਸਿਟੀਜ਼, ਉਹ ਵੀ ਅਸੈਸਮੈਂਟ ਲੈਵਲ AL1 ਯੂਨੀਵਰਸਿਟੀਜ਼ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਤੇ ਹੀ ਫੋਕਸ ਕੀਤਾ ਜਾ ਰਿਹਾ। ਇਹ ਤਾਂ ਚਲੋ ਮਤਲਬ ਚੰਗੀਆਂ ਗੱਲਾਂ ਆਪਾਂ ਜਿਹੜੀਆਂ ਉਹਨਾਂ ਨਾਲ ਸਾਂਝੀ ਕਰ ਰਹੇ ਹਾਂ, ਜਿਹੜੇ ਵੀ ਜਾਣਾ ਚਾਹੁੰਦੇ ਨੇ ਬਾਹਰ। ਪਰ ਇਹ ਵੀ ਸਰ ਤੁਸੀਂ ਜ਼ਰੂਰ ਦੱਸੋ ਕਿ ਪ੍ਰੋਬਲਮਸ ਕਿਹੜੀਆਂ ਆਉਂਦੀਆਂ ਨੇ ਸਟੂਡੈਂਟਸ ਨੂੰ ਜਾਂ ਫਿਰ ਬਾਹਰ ਜਾਣ ਦੇ ਜਿਹੜੇ ਚਾਹਵਾਨ ਨੇ? ਸੀ ਮੈਮ ਇਹਦੇ ਵਿੱਚ ਜੇ ਆਪਾਂ ਜਿਹੜੀ ਮੁਸ਼ਕਿਲ ਚੀਜ਼ਾਂ ਹੈ, ਜਿਹੜੀ ਲੋਕਾਂ ਨੂੰ ਟਰਬਲਸ ਜਿਹੜੀ ਆਪ ਦੇ ਪ੍ਰੋਫਾਈਲ ਅਸੈਸ ਕਰਾਉਣ ਲੱਗੇ ਲੋਕਾਂ ਨੂੰ ਫੇਸ ਕਰਨੀ ਪੈਂਦੀ ਹੈ, ਉਹ ਹੈ ਇੱਕ ਚੰਗੇ ਕੋਰਸ ਦੀ ਭਾਲ ਕਰਨੀ। ਉਹ ਕੋਰਸ ਤੁਹਾਡਾ ਕਿੰਨਾ ਕੁ ਰੈਲੇਵੈਂਟ ਹੈ, ਤੁਹਾਡੀ ਐਜੂਕੇਸ਼ਨ ਜਿਹੜੀ ਕਰੰਟ ਐਜੂਕੇਸ਼ਨ ਹੈ ਜਾਂ ਲਾਸਟ ਐਜੂਕੇਸ਼ਨ ਰਹੀ, ਉਹਦੇ 'ਚ ਤੁਹਾਡੇ ਕਿੰਨੇ ਮਾਰਕਸ ਨੇ। ਹੁਣ ਇਹੀ ਐਗਜ਼ਾਮਪਲਸ ਆਪਾਂ ਹਰ ਵਾਰੀ ਦਿੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਨੋਨ ਮੈਡੀਕਲ ਵਿੱਚ ਤੁਸੀਂ ਆਪਦੀ 12ਵੀਂ ਕੀਤੀ ਹੈ ਤੇ ਤੁਸੀਂ ਬੈਚਲਰ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਤੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਣਾ ਕਿ ਜਿਹੜੇ ਕੋਰ ਸਬਜੈਕਟਸ ਵਿੱਚ ਮੈਂ ਅਪਲਾਈ ਕਰਨ ਵਾਲਾ,
ਜਿਹੜੇ ਐਜੂਕੇਸ਼ਨ ਲਈ ਅਪਲਾਈ ਕਰ ਰਹੇ ਆ, ਕਿਆ ਉਸੇ ਰਿਲੇਟਡ ਜਿਹੜਾ ਮੇਰੇ ਕੋਲ ਸਬਜੈਕਟ ਇੰਡੀਆ 'ਚ ਸੀਗਾ ਉਹਦੇ 'ਚ ਮਾਰਕਸ ਮੇਰੇ ਘੱਟ ਤਾਂ ਨਹੀਂ? ਜੇ ਘੱਟ ਹੈ ਤੇ ਉਹਦੇ 'ਚ ਵੀਜ਼ਾ ਲੈਣਾ ਵੀ ਔਖਾ ਹੈ। ਇੱਥੇ ਹੀ ਇੱਕ ਚੰਗੇ ਕੰਸਲਟੈਂਟ ਦਾ ਰੋਲ ਵਿੱਚ ਆਂਦਾ। ਉਹ ਕੰਸਲਟੈਂਟ ਤੁਹਾਨੂੰ ਗਾਈਡ ਉਸੇ ਤਰੀਕੇ ਨਾਲ ਕਰੂਗਾ ਕਿ ਕਿਹੜਾ ਕੋਰਸ ਸਿਲੈਕਟ ਕਰਨਾ ਹੈ, ਕਿਹੜੀ ਯੂਨੀਵਰਸਿਟੀ ਸਿਲੈਕਟ ਕਰਨੀ। ਹਾਂ, ਜਿਹੜੇ ਬੰਦੇ ਕੱਲ੍ਹ ਨੂੰ PR ਲੈਣਾ ਚਾਹੁੰਦੇ ਆ ਉਹਨਾਂ ਲਈ ਕਿਹੜਾ ਪ੍ਰੋਵਿੰਸ, ਕਿਹੜੀ ਸਟੇਟ ਵਧੀਆ ਹੈ। ਜੇ ਤੁਸੀਂ ਗੱਲ ਕਰੋ ਕਿ ਆਪਾਂ ਬੈਚਲਰ ਡਿਗਰੀ ਕੀਤੀ, ਮਾਸਟਰ ਕਰਕੇ PR ਕੱਲ੍ਹ ਨੂੰ ਅਪਲਾਈ ਕਰਨੀ ਉੱਥੇ ਕਿਹੜੀ ਸਟੇਟ, ਕਿਹੜਾ ਰੀਜਨਲ ਏਰੀਆ ਹੈ ਜਾਂ ਕਿਹੜੀ ਸਟੇਟ ਵਿੱਚ ਐਡਮਿਸ਼ਨ ਲੈ ਕੇ ਤੁਹਾਨੂੰ PR ਛੇਤੀ ਮਿਲ ਸਕਦੀ ਹੈ। ਇਹੀ ਸਾਰੀ ਗਾਈਡੈਂਸ ਦਾ ਜਿਹੜਾ ਮੁੱਦਾ ਹੈ ਉਹ ਘੁਮਾ ਫਿਰਾ ਕੇ ਫਿਰ ਇੱਕ ਚੰਗੇ ਕੰਸਲਟੈਂਟ ਦੀ ਭਾਲ ਵਿੱਚ ਆ ਜਾਂਦਾ। ਸੋ ਜੇ ਤੁਸੀਂ ਅਪਲਾਈ ਕਰਦੇ ਹੋ ਤੇ ਆਪ ਦੀ ਰਿਸਰਚ ਕਰਨੀ ਜ਼ਰੂਰੀ। ਜਿਹੜੇ ਬੱਚੇ ਅੱਜ ਕੱਲ੍ਹ ਵੈਸੇ ਹੀ ਬਹੁਤ ਕਰਦੇ, ਪ੍ਰੋਐਕਟਿਵ ਨੇ ਬੱਚੇ, ਤੇ ਜੇ ਆਪ ਦੀ ਰਿਸਰਚ ਕਰਕੇ ਅਪਲਾਈ ਕਰਨਗੇ ਤੇ ਮੈਨੂੰ ਲੱਗਦਾ ਕਿ ਗਾਈਡੈਂਸ ਨਾਲੋਂ ਤੁਹਾਨੂੰ ਸਪੋਰਟ ਜਿਹੜਾ ਕੰਸਲਟੈਂਟ ਕੋਲੋਂ ਜ਼ਿਆਦਾ ਮਿਲੂਗਾ। ਤੇ ਜੇ ਸਪੋਰਟ ਕੰਸਲਟੈਂਟ ਤੁਹਾਨੂੰ ਕਰਦਾ ਹੈ ਤੇ ਗਾਈਡੈਂਸ ਤੁਹਾਡੇ ਕੋਲ ਆਲਰੇਡੀ ਹੈਗੀ ਹੈ ਤੇ ਮੈਨੂੰ ਲੱਗਦਾ ਵੀਜ਼ਾ ਲੈਣਾ ਉਨਾ ਕੀ ਸੌਖਾ ਹੋ ਜਾਊਗਾ। ਤੇ ਜੇਕਰ ਤੁਸੀਂ ਪਰਸਨਲੀ ਕਿਸੇ ਨੂੰ ਸੁਜੈਸਟ ਕਰਨਾ ਚਾਹੋ ਕਿ ਕੈਨੇਡਾ ਜਾਣਾ ਹੈ ਤਾਂ ਕਿਹੜੀ ਫੀਲਡ ਦੇ ਵਿੱਚ ਜ਼ਿਆਦਾ ਚਾਂਸ ਹੈ ਆਪਾਂ ਨੂੰ ਅੱਗੇ ਵਧਣ ਦਾ? ਕੈਨੇਡਾ ਤਾਂ ਆਪਾਂ ਸ਼ੁਰੂ ਤੋਂ ਕਹਿੰਦੇ ਹੀ ਆਏ ਹਾਂ ਕਿ ਸਾਰੇ ਓਕੂਪੇਸ਼ਨਸ ਓਪਨ ਹੈ। ਜੇ PR ਦੀ ਵੀ ਗੱਲ ਕਰੀਏ ਤੇ ਜੇ ਕੱਲ੍ਹ ਨੂੰ ਦੇਖੋ 90% ਬੱਚਾ ਜਿਹੜਾ ਇੱਥੋਂ ਜਾਂਦਾ ਹੈ ਉਹ ਕੋਸ਼ਿਸ਼ ਇਹੀ ਕਰਦਾ ਹੈ ਕਿ ਆਪ ਦਾ ਫਿਊਚਰ ਉੱਥੇ ਸਿਕਿਉਰ ਕਰ ਸਕੇ। ਸੋ ਕਿਹੜੇ ਸਬਜੈਕਟ ਨੂੰ ਲੈ ਕੇ ਉੱਥੇ ਪੜ੍ਹਾਈ ਤੁਹਾਨੂੰ ਚੂਜ਼ ਕਰਨੀ ਚਾਹੀਦੀ, ਇਹ ਡਿਪੈਂਡ ਕਰਦਾ ਤੁਹਾਡੇ ਕਰੰਟ ਸਟੱਡੀ ਦੇ ਵਿੱਚ। ਜੇ ਤੁਸੀਂ ਇੱਥੋਂ ਕਾਮਰਸ ਬੈਕਗਰਾਊਂਡ ਹੈਗੀ ਉਹ 12ਵੀਂ ਕੀਤੀ ਹੈ ਜਾਂ ਤੁਸੀਂ ਆਰਟਸ ਬੈਕਗਰਾਊਂਡ ਤੋਂ ਤੁਸੀਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਗਲੋਬਲ ਬਿਜ਼ਨਸ ਮੈਨੇਜਮੈਂਟ ਜਾਂ ਹਸਪਿਟੈਲਿਟੀ ਕਿਸੇ ਵੀ ਤਰੀਕੇ ਦਾ ਕੋਰਸ ਤੁਸੀਂ ਅਪਲਾਈ ਕਰ ਸਕਦੇ ਹੋ, ਉਹਦੇ 'ਚ ਵੀਜ਼ਾ ਲੈ ਸਕਦੇ ਹੋ। ਜੇ ਤੁਸੀਂ ਨਾਨ ਮੈਡੀਕਲ ਸਟੂਡੈਂਟ ਹੋ ਤੇ ਤੁਸੀਂ IT ਵਿੱਚ ਕੋਰਸ ਲੈ ਸਕਦੇ ਹੋ, ਮਕੈਨੀਕਲ ਵਿੱਚ ਕੋਰਸ ਲੈ ਸਕਦੇ ਹੋ। ਸੋ ਜੇ ਤੁਸੀਂ ਕੋਰਸ ਆਪ ਦੇ ਕਰੰਟ ਸਟੱਡੀ, ਇੰਡੀਅਨ ਸਟੱਡੀ ਦੇ ਰਿਲੇਟਡ ਹੀ ਕੋਰਸ ਆਪਟ ਕਰੋਗੇ ਤੇ ਮੈਨੂੰ ਲੱਗਦਾ ਉਹਦੇ ਨਾਲ ਵੀਜ਼ਾ ਵੀ ਸਿਕਿਉਰ ਹੋਊਗਾ, ਪਲੱਸ ਤੁਹਾਡਾ ਫਿਊਚਰ ਪਲਾਨ ਜਿਹੜਾ ਹੈਗਾ, ਜਿਹੜਾ ਤੁਸੀਂ ਜੇ ਉੱਥੇ ਭਾਲ ਕਰਦੇ ਹੋ ਕਿ PR ਲੈਣੀ ਹੈ ਜਾਂ ਪਰਮਨੈਂਟ ਰੈਜ਼ੀਡੈਂਸੀ ਜਿਹਨੂੰ ਆਪਾਂ ਕਹਿੰਦੇ ਲੈਣੀ ਹੈ, ਸੋ ਉਹ ਉਹਨੂੰ ਕੀ ਸੌਖੀ ਹੋ ਜਾਊਗੀ। ਜੀ, ਤੇ ਗੈਪ ਦਾ ਕੀ ਮਤਲਬ, ਕਿੰਨੇ ਗੈਪ ਦਾ ਆਪਾਂ ਅਪਲਾਈ ਕਰ ਸਕਦੇ ਹਾਂ ਜੇ ਗੱਲ ਕਰੀਏ? ਇਸ ਟਾਈਮ ਤੇ ਫੋਕਸ ਸਾਰਿਆਂ ਦਾ ਆਸਟ੍ਰੇਲੀਆ ਤੇ, ਕਿਉਂਕਿ ਆਸਟ੍ਰੇਲੀਆ ਹੁਣੇ ਖੁੱਲਿਆ ਤੇ ਜਿਹੜੇ ਬੱਚੇ ਨੇ ਬੈਚਲਰ ਡਿਗਰੀ ਕੀਤੀ ਹੈ ਤੇ ਭਾਵੇਂ 2013 ਕੀਤੀ ਹੈ, 14 ਕੀਤੀ ਹੈ, 15 ਕੀਤੀ ਹੈ, 16 ਕੀਤੀ ਹੈ ਜਾਂ ਉਸ ਤੋਂ ਬਾਅਦ ਵੀ ਕੀਤੀ ਹੈ, ਜਿੰਨਾ ਵੀ ਗੈਪ ਹੈ ਉਸ ਟਾਈਮ, ਜੇ ਤੁਹਾਡੇ ਕੋਲ ਗੈਪ ਦੀ ਜਸਟੀਫਿਕੇਸ਼ਨ ਹੈਗੀ ਹੈ, ਜੇ ਤੁਸੀਂ ਆਪ ਦੇ ਪੇਡ ਇੰਪਲੋਇਮੈਂਟ ਪ੍ਰੂਫ ਤੁਹਾਡੇ ਕੋਲ ਹੈਗੇ ਹੈ ਤੇ ਮੈਨੂੰ ਲੱਗਦਾ ਵੀਜ਼ਾ 200% ਆਊਗਾ ਉੱਥੇ। ਕਿਉਂਕਿ ਜੇ ਤੁਸੀਂ ਇੱਕ ਕੇਸ ਆਫਿਸਰ ਨੂੰ ਬਿਲਕੁਲ ਹੀ ਜਿਹਨੂੰ ਕਹਿੰਦੇ ਤੁਸੀਂ ਉਹਨੂੰ ਇੱਕ ਸਪੇਸ ਹੀ ਨਹੀਂ ਦੇ ਰਹੇ ਤੁਹਾਡੇ ਆਪ ਦੇ ਐਪਲੀਕੇਸ਼ਨ ਦੇ ਉੱਤੇ ਕੁਐਸਚਨ ਮਾਰਕ ਲਾਉਣ ਦਾ, ਤੇ ਉਹਦੇ ਵਿੱਚ ਉਹ ਸਿਰਫ ਤੇ ਸਿਰਫ ਪੋਸੀਬਲ ਹੈ ਜੇ ਤੁਸੀਂ ਆਪ ਦੇ ਗੈਪ ਜਸਟੀਫਿਕੇਸ਼ਨ ਤੇ ਫੋਕਸ ਕਰਦੇ ਹੋ। ਤੇ ਵੀਜ਼ਾ ਲੈਣਾ ਉਨਾ ਕੀ ਸੌਖਾ ਹੈ। ਵੀਜ਼ਾ ਲੈਣਾ ਮੈਂ ਹਮੇਸ਼ਾ ਇਹ ਬੋਲਦਾ ਕਿ ਵੀਜ਼ਾ ਲੈਣਾ ਔਖਾ ਨਹੀਂ ਹੈ, ਸੌਖਾ ਵੀ ਨਹੀਂ ਹੈ, ਬਟ ਜੇ ਅਸੀਂ ਐਪਲੀਕੇਸ਼ਨ ਨੂੰ ਇੱਕ ਚੰਗੇ ਤਰੀਕੇ ਨਾਲ ਰਿਪਰੈਜ਼ੈਂਟ ਕਰਾਂਗੇ ਤੇ ਵੀਜ਼ਾ ਲੈਣਾ ਬਹੁਤ ਸੌਖਾ ਹੈ। ਸੋ ਗੈਪ ਜਸਟੀਫਿਕੇਸ਼ਨ ਜੇ ਦਿੰਦੇ ਆ ਤੇ ਬਿਲਕੁਲ ਵੀਜ਼ਾ ਆਊਗਾ। ਜੇ ਗੈਪ ਜਸਟੀਫਿਕੇਸ਼ਨ ਨਹੀਂ ਦੇ ਸਕਦੇ, 15 ਤੋਂ ਬਾਅਦ ਮੈਂ ਵਿਹਲਾ ਤੇ ਮੈਂ ਹੁਣ ਅੱਜ ਵੀਜ਼ਾ ਅਪਲਾਈ ਕਰਾਂ ਤੇ ਵੀਜ਼ਾ ਕਿੱਥੋਂ ਆ ਜਾਣਾ, ਉਸ ਕੇਸ ਤਾਂ ਵੀਜ਼ਾ ਪੋਸੀਬਲ ਹੀ ਨਹੀਂ ਹੈ। ਜੇ ਗੈਪ ਜਸਟੀਫਿਕੇਸ਼ਨ ਦੇਵਾਂਗੇ ਤੇ ਵੀਜ਼ਾ ਲੈਣਾ ਬਹੁਤ ਹੀ ਸੌਖਾ ਹੈ। ਜੇਕਰ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਕੁਝ ਨਹੀਂ ਕੀਤਾ, ਬਿਲਕੁਲ ਹੀ ਫ੍ਰੀ ਰਹੇ ਹੋ, ਬਿਲਕੁਲ ਹੀ ਗੈਪ ਆ ਗਿਆ, ਇੱਕ ਤਾਂ ਆਪਾਂ ਜਸਟੀਫਿਕੇਸ਼ਨ ਦੇ ਦਿੰਦੇ ਹਾਂ ਕਿ ਆਪਾਂ ਚਲੋ ਉਹ ਤਾਂ ਜਸਟੀਫਿਕੇਸ਼ਨ ਹੋ ਗਈ, ਉਸ ਤੋਂ ਇਲਾਵਾ ਕੀ ਹੈ ਜੇਕਰ ਗੈਪ ਪ੍ਰੋਪਰ ਹੀ ਗੈਪ ਹੁੰਦਾ ਉਸ ਦਾ ਕੋਈ ਜੇ ਬਿਲਕੁਲ ਮੈਮ ਮੈਂ ਕਹਿੰਦਾ ਬਿਲਕੁਲ ਸਾਡੀ ਜਿਹੜੀ ਰੋਡ ਹੈ ਉਹੀ ਸਾਫ਼ ਹੈ ਤੇ ਜੇ ਉੱਥੇ ਆਪਾਂ ਜਸਟੀਫਾਈ ਨਹੀਂ ਕਰ ਪਾ ਰਹੇ ਕਿ ਅਸੀਂ ਕੀ ਕੀਤਾ, ਉਹ ਵਿਹਲੇ ਰਹਿ ਗਏ ਉਸ ਟਾਈਮ ਤੇ ਮੈਨੂੰ ਲੱਗਦਾ ਕਿ ਉਸ ਕੇਸ ਵਿੱਚ ਮੈਂ ਵੀ ਇੰਟਰਸਟ ਨਹੀਂ ਲਊਂਗਾ ਤੇ ਆਫਿਸਰ ਤਾਂ ਵੈਸੇ ਇੰਟਰਸਟ ਨਹੀਂ ਲਊਗਾ, ਰਿਜੈਕਟ ਹੀ ਕਰੂਗਾ। ਸੋ ਜਿੱਥੇ ਸਾਡੇ ਕੋਲ ਜਸਟੀਫਿਕੇਸ਼ਨ ਹੈਗੀ ਗੈਪ ਦੀ, ਉੱਥੇ ਉਹ ਕੇਸ ਤੇ ਫੋਕਸ ਕਰਕੇ ਵੀਜ਼ਾ ਬੜੇ ਸੌਖੇ ਤਰੀਕੇ ਨਾਲ ਲਿਆ ਜਾ ਸਕਦਾ ਜੀ। ਤੇ ਜੇਕਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਸਕਿੱਲ ਸ਼ਾਰਟੇਜ ਦੀ, ਉਹਨਾਂ ਦਾ ਕੋਟਾ ਵਧਾਇਆ ਜਾ ਰਿਹਾ ਹੈ। ਬਿਲਕੁਲ ਜੀ, ਬਿਲਕੁਲ। ਇਹ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਕਿ ਇਸ ਟਾਈਮ ਤੇ ਹੌਟ ਟੌਪਿਕ ਹੈ, ਜਿੱਥੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ, ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਕਿਹਾ ਕਿ ਜਿੰਨਾ ਕੁ ਨੁਕਸਾਨ ਉਹਨਾਂ ਨੂੰ ਪਿਛਲੇ ਪੌਣੇ 2 ਸਾਲ 'ਚ ਹੋਇਆ ਹੈ, ਸਕਿਲਡ ਮਾਈਗ੍ਰੇਸ਼ਨ ਜਿਹੜੀ ਹਰ ਸਾਲ ਉਹ ਇੱਕ ਕੋਟਾ ਫਿਕਸ ਕਰਦੇ ਸੀ ਹਰ ਇੱਕ ਓਕੂਪੇਸ਼ਨ ਦਾ, ਉਹ ਕੋਟਾ ਪਿਛਲੇ ਪੌਣੇ 2 ਸਾਲ ਤੋਂ ਬੰਦ ਹੈ, ਜਿਹੜਾ ਬਿਲਕੁਲ ਵੀ ਫਿਲ ਨਹੀਂ ਹੋਇਆ। ਸੋ ਉਸ ਚੀਜ਼ ਨੂੰ ਕੰਪਨਸੇਟ ਕਰਨ ਲਈ
ਉਹਨਾਂ ਨੇ ਜਿਹੜਾ ਕਰੰਟ ਕੋਟਾ ਹੈ ਉਹ ਕੋਟਾ ਵਧਾ ਦੇਣਾ ਹੈ, ਉਹ ਅਨਾਉਂਸ ਵੀ ਕੀਤਾ ਹੈ। ਉਹ ਕਿੰਨਾ ਹੋਊਗਾ ਉਹ ਵਿਦ ਟਾਈਮ ਸਾਡੇ ਸਾਰਿਆਂ ਦੇ ਸਾਹਮਣੇ ਆਊਗਾ, ਆਪ ਦੀ ਵੈਬਸਾਈਟ ਤੇ ਹੋਮ ਅਫੇਅਰਸ ਆਪ ਦੀ ਵੈਬਸਾਈਟ ਤੇ ਪਬਲਿਸ਼ ਕਰੂਗਾ ਉਹਨੂੰ। ਬਟ ਸਭ ਤੋਂ ਜਿਹੜੀ ਚੰਗੀ ਖਬਰ ਹੈ ਜਾਂ ਸਭ ਤੋਂ ਇੰਪੋਰਟੈਂਟ ਸਕਿਲਡ ਮਾਈਗ੍ਰੇਸ਼ਨ ਦੇ ਲਈ ਹੈਗੀ ਹੈ ਕਿ ਉਹਨਾਂ ਨੇ ਆਪਦੇ ਕੋਟੇ ਹੁਣ ਵਧਾਉਣੇ ਹੈ। ਜੇ ਕੋਟੇ ਵਧਾਉਣਗੇ ਤੇ ਓਬਵੀਅਸਲੀ ਵੀਜ਼ਾਸ ਵੀ ਵੱਧ ਦੇਣਗੇ, ਤੇ ਜੇ ਵੀਜ਼ਾਸ ਦੇਣਗੇ ਜਿੰਨੇ ਵੀ ਸਕਿਲਡ ਮਾਈਗ੍ਰੈਂਟਸ ਹੈਗੇ, ਜਿੰਨੇ ਵੀ ਸਕਿਲ ਇੰਪਲੋਇਜ਼ ਹੈਗੇ ਹੈ, ਭਾਵੇਂ ਉਹ ਆਈਟੀ ਸੈਕਟਰ ਹੈਗਾ, ਭਾਵੇਂ ਉਹ ਮਕੈਨੀਕਲ ਸੈਕਟਰ ਹੈਗਾ, ਭਾਵੇਂ ਉਹ ਹਸਪਿਟੈਲਿਟੀ ਵਾਲਾ ਸੈਕਟਰ ਹੈ, ਭਾਵੇਂ ਉਹ ਸਰਵਿਸ ਇੰਡਸਟਰੀ ਹੈ, ਉਹ ਸਾਰੇ ਐਪਲੀਕੈਂਟਸ ਅਪਲਾਈ ਕਰ ਸਕਦੇ ਹੈ। ਔਰ ਜੇ ਤੁਹਾਡੀ ਸਕਿੱਲ ਅਸੈਸਮੈਂਟ ਪੋਜ਼ਿਟਿਵ ਹੁੰਦੀ ਹੈ ਤੇ ਤੁਸੀਂ ਰਿਕੁਆਇਰਮੈਂਟ ਗਵਰਨਮੈਂਟ ਦੀ ਪੂਰੀ ਕਰਦੇ ਹੋ ਤਾਂ ਵੀਜ਼ਾ ਲੈਣਾ ਆਉਣ ਵਾਲੇ ਮੈਨੂੰ ਲੱਗਦਾ 7-8 ਮਹੀਨੇ ਜਾਂ ਸਾਲ ਦੇ ਵਿੱਚ ਉਨਾ ਕੀ ਸੌਖਾ ਹੋ ਜਾਣਾ। ਜਿੰਨਾ ਆਪਾਂ ਜੇ ਗੱਲ ਕਰੀਏ ਸਾਲ 2015-16 ਦੇ ਵਿੱਚ ਜਿੰਨਾ ਸੌਖਾ ਉਸ ਟਾਈਮ ਤੇ ਸੀਗਾ, ਮੈਨੂੰ ਲੱਗਦਾ ਕਿ ਉਨਾ ਕੀ ਸੌਖਾ ਆਉਣ ਵਾਲੇ 2022 ਜਾਂ 23 ਵਿੱਚ ਹੋ ਜਾਊਗਾ ਜੀ। ਤਾਂ ਆਪਾਂ ਮੰਨ ਸਕਦੇ ਹਾਂ ਕਿ ਜਿਹੜਾ ਇਹ ਵਾਲਾ ਟਾਈਮ ਹੈ ਬਿਲਕੁਲ ਹੌਟ ਪੀਰੀਅਡ ਹੋਏਗਾ ਕਿ ਅਗਰ ਤੁਸੀਂ ਬਾਹਰ ਜਾਣ ਦੇ ਚਾਹਵਾਂ ਨੂੰ ਲੰਬੇ ਟਾਈਮ ਤੋਂ ਜੋ ਹੈ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਇਹ ਟਾਈਮ ਉਹਨਾਂ ਦੇ ਲਈ ਵੀ ਪ੍ਰੀਸ਼ੀਅਸ ਹੈ ਕਹਿ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ ਹੈਗਾ। ਤੇ ਜੇ ਇਸੇ ਟਾਈਮ ਤੇ ਅਸੀਂ ਫੋਕਸ ਕਰਕੇ ਆਪਦੀ ਸਕਿੱਲ ਅਸੈਸਮੈਂਟਸ ਕਰਾਵਾਂਗੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਫਰਸਟ ਸਟੈਪ ਤੇ ਕਰਾਇਆ ਜਾਂਦਾ ਹੈ, ਤੇ ਮੈਨੂੰ ਲੱਗਦਾ ਕਿ ਉਹੀ ਐਪਲੀਕੈਂਟਸ ਹੈ ਜਿਹੜੇ ਇਸ ਪ੍ਰੋਸੈਸ ਨੂੰ ਛੇਤੀ ਕਲੀਅਰ ਕਰਕੇ ਆਪਦਾ ਜਿਹੜਾ ਬਾਹਰ ਪਰਿਵਾਰ ਨਾਲ ਸੈਟਲ ਹੋਣ ਦਾ ਸੁਪਨਾ ਜਿਹੜਾ ਪੂਰੇ ਕਰ ਸਕਣਗੇ। ਤਾਂ ਜੇਕਰ ਤੁਸੀਂ ਵੀ ਬਾਹਰ ਜਾਣ ਦੇ ਚਾਹਵਾਨ ਹੋ ਤਾਂ ਅੱਜ ਦੇ ਸਾਡੇ ਸ਼ੋਅ ਦੇ ਵਿੱਚ ਤੁਹਾਨੂੰ ਸਾਰੀਆਂ ਹੀ ਜਿਹੜੀਆਂ ਚੰਗੀਆਂ ਗੱਲਾਂ ਹੀ ਮਿਲੀਆਂ ਹੋਣੀਆਂ ਕਿ ਜਿੱਥੋਂ ਰਿਜੈਕਸ਼ਨਸ ਆ ਰਹੀਆਂ ਨੇ ਉੱਥੇ ਵੀਜ਼ਾਸ ਵੀ ਆ ਰਹੇ ਨੇ, ਹੋਰ ਵੀ ਬੜੀਆਂ ਖੁਸ਼ਖਬਰੀਆਂ ਜਿਹੜੀਆਂ ਅਸੀਂ ਤੁਹਾਨੂੰ ਦੱਸੀਆਂ ਨੇ। ਬਹੁਤ ਧੰਨਵਾਦ ਸਰ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜਾਂਦੇ ਇਹੀ ਕਵਾਂਗੇ ਜੀ ਕਿ ਓਮਿਕਰੋਨ ਤੋਂ ਬਚੋ, ਗਵਰਨਮੈਂਟ ਦੀ ਗਾਈਡਲਾਈਨਸ ਨੂੰ ਫੋਲੋ ਕਰੋ, ਤੇ ਜੇ ਤੁਸੀਂ ਭਾਲਦੇ ਹੋ ਕਿ ਬਾਹਰ ਪੜ੍ਹ ਕੇ ਸੈਟਲ ਹੋਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤੇ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਰਿਜ਼ਲਟਸ ਦੇਖੋ ਤੇ ਆਪ ਦਾ ਡਿਸੀਜਨ ਬਣਾਓ, ਤੇ ਸਾਡੀ ਜੇ ਹੈਲਪ ਲੈਣੀ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ। ਤੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਹੋ, ਮੇਰੇ ਨਾਲ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਸਰ ਤੁਹਾਡਾ। ਤਾਂ ਜੇਕਰ ਤੁਸੀਂ ਵੀ ਬਾਹਰ ਜਾਣ ਦੀ ਸੋਚ ਰਹੇ ਹੋ, ਫਿਰ ਭਾਵੇਂ ਘੁੰਮਣ ਜਾਣਾ ਹੋਵੇ ਜਾਂ ਫਿਰ ਸਟੂਡੈਂਟ ਵੀਜ਼ਾ ਹੋਵੇ ਜਾਂ ਫਿਰ PR ਲੈਣੀ ਹੋਵੇ, ਤਾਂ ਤੁਸੀਂ ਬਿਨਾਂ ਸੋਚੇ ਸਮਝੇ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਜਿਹੜੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਸ਼ੋ ਕਰ ਰਹੇ ਨੇ। ਇਹਨਾਂ ਨੂੰ ਬੇਸ਼ੱਕ ਤੁਸੀਂ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ ਤਾਂ ਤੁਹਾਨੂੰ ਜਿਹੜੀ ਹੈ ਜਾਣਕਾਰੀ ਵੀ ਉਹ ਬੜੀ ਸਹੀ ਤੇ ਸਟੀਕ ਦਿੱਤੀ ਜਾਏਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਭਾਲ ਕਰ ਰਹੇ ਹੋ ਕਿਸੇ ਵੀ ਇਮੀਗ੍ਰੇਸ਼ਨ ਆਫਿਸ ਜਾਣਾ ਹੈ ਤਾਂ ਤੁਸੀਂ ਬੇਝਿਜਕ ਜਿਹੜੇ ਹੈ ਗਲੋਬਲ ਪ੍ਰੈਜ਼ੈਂਸ ਕੰਸਲਟਿੰਗ ਗਰੁੱਪ ਦੇ ਕੋਲ ਆ ਸਕਦੇ ਹੋ। ਇਹ ਤੁਹਾਨੂੰ ਵਧੀਆ ਜਿਹੜਾ ਹੈ ਕੰਸਲਟ ਕਰ ਸਕਦੇ ਨੇ ਕਿ ਤੁਸੀਂ ਕਿੱਥੇ ਜਾਣਾ ਹੈ, ਕਿਹੜਾ ਕੋਰਸ ਕਰਨਾ ਹੈ, ਤੇ ਹੋਰ ਜਿਹੜੀਆਂ ਪ੍ਰੋਬਲਮਸ ਜੇ ਤੁਹਾਨੂੰ ਪਹਿਲਾਂ ਕਿਤੇ ਆਈਆਂ ਨੇ ਤਾਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਵਧੀਆ ਗਾਈਡ ਜ਼ਰੂਰ ਕਰਨਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਰਿਜੈਕਸ਼ਨ ਦਾ ਸਾਹਮਣਾ ਕਰ ਚੁੱਕੇ ਹੋ ਜਾਂ ਫਿਰ PR ਲੈਣਾ ਚਾਹੁੰਦੇ ਹੋ, ਕਈ ਥਾਵਾਂ ਤੋਂ ਨਿਰਾਸ਼ ਹੋ, ਤਾਂ ਤੁਸੀਂ ਜ਼ਰੂਰ ਇੱਥੇ ਇੱਕ ਵਾਰ ਵਿਜ਼ਿਟ ਕਰੋ। ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਜਿਹੜਾ ਹੈ ਉਹ ਲੈ ਸਕਦੇ ਹੋ। ਹੋਰ तमाम ਜਾਣਕਾਰੀ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।